हाँ जी, सत श्री अकाल साਰਿਆਂ ਦਾ। ਅੱਜ ਆਪਾਂ ਗੱਲ ਕਰ ਰਹੇ ਹਾਂ ਈਟੀਡੀ ਸੈਕੰਡ ਈਅਰ ਦੇ ਸਬਜੈਕਟ ਸੋਸ਼ਲ ਸਾਇੰਸ ਦੀ। ਸੋਸ਼ਲ ਸਾਇੰਸ ਪੈਡਾਗੋਗੀ ਆਫ ਸੋਸ਼ਲ ਸਾਇੰਸ ਐਜੂਕੇਸ਼ਨ, ਸਮਾਜਿਕ ਸਿੱਖਿਆ ਦਾ ਸਿੱਖਿਆ ਸ਼ਾਸਤਰ। ਇਸ ਬਾਰੇ ਅੱਜ ਗੱਲ ਕਰ ਰਹੇ ਹਾਂ ਆਪਾਂ। ਇਸ ਵਿੱਚ ਤੁਹਾਡੇ ਦੇਖ ਲਓ ਤੁਸੀਂ, ਮੈਕਸੀਮਮ ਮਾਰਕਸ ਹੀ 100 ਹੈ ਅਤੇ 70 ਮਾਰਕਸ ਦਾ ਆਪਕਾ ਪੇਪਰ ਹੈ ਜੀ। 30 ਨੰਬਰ ਦਾ ਤੁਹਾਡੀ ਅਸੈਸਮੈਂਟ ਹੋਊਗੀ। ਇਹਦੇ ਵਿੱਚ ਤੁਹਾਡੀਆਂ 4 ਯੂਨਿਟਾਂ ਹਨ ਅਤੇ 15 ਲੈਸਨ ਹਨ ਜੀ। ਇਹਨਾਂ ਬਾਰੇ ਅੱਜ ਆਪਾਂ ਸਿਲੇਬਸ ਡਿਸਕਸ ਕਰਾਂਗੇ। ਅਤੇ ਇੱਕ ਦੂਸਰੀ ਵੀਡੀਓ ਇਸ ਤੋਂ ਬਾਅਦ ਜਿਸ ਵਿੱਚ ਆਪਾਂ ਪ੍ਰੀਵੀਅਸ ਈਅਰ ਪੇਪਰ ਬਾਰੇ ਡਿਸਕਸ ਕਰਾਂਗੇ, ਕਿੰਨੇ ਮਾਰਕਸ ਦੇ ਕਿਹੜੇ ਕਿਹੜੇ ਕੁਐਸਚਨ ਆਉਂਦੇ ਹਨ। ਅਤੇ ਉਸ ਤੋਂ ਬਾਅਦ 15 ਲੈਸਨਾਂ ਦੀਆਂ ਹੀ ਇੱਕ ਇੱਕ ਕਰਕੇ 15 ਵੀਡੀਓ ਆਉਣਗੀਆਂ, ਜਿਹਦੇ ਵਿੱਚ ਹਰੇਕ ਵੀਡੀਓ 'ਚ ਇੱਕ ਲੈਸਨ ਰੋਜ਼ ਦਾ ਕਰਾ ਦਿੱਤਾ ਜਾਵੇਗਾ। ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ, ਲਾਈਕ ਕਰ ਦਿਓ ਜੀ, ਵੀਡੀਓ ਨੂੰ ਸ਼ੇਅਰ ਕਰ ਦਿਓ, ਕਮੈਂਟ ਕਰ ਦਿਓ। ਥੈਂਕ ਯੂ ਜੀ। ਅਤੇ ਜੇ ਕੋਈ ਗੱਲ ਦੀ ਸਮਝ ਨਹੀਂ ਆਉਂਦੀ ਤਾਂ ਤੁਸੀਂ ਕਮੈਂਟ ਵਿੱਚ ਪੁੱਛ ਸਕਦੇ ਹੋ ਜੀ। ਥੈਂਕ ਯੂ ਜੀ। ਯੂਨਿਟ 1 ਸ਼ੁਰੂ ਕਰਦੇ ਹਾਂ ਆਪਾਂ। ਨੇਚਰ ਆਫ ਸੋਸ਼ਲ ਸਾਇੰਸ। ਸੋਸ਼ਲ ਸਾਇੰਸ ਮੀਨਿੰਗ, ਨੇਚਰ, ਸਕੋਪ, ਇੰਪੋਰਟੈਂਸ, ਡਿਫਰੈਂਸ between social science and social studies, relationship between with other subjects, geography meaning, need, importance, history meaning, need and importance, civics meanings, need of civics, relationship between political science and civics, ਪ੍ਰਿੰਸੀਪਲ ਆਫ ਕਰਿਕੂਲਮ ਕੰਸਟਰਕਸ਼ਨ ਐਂਡ ਫਰੇਮਵਰਕ। ਇਹਦੇ ਵਿੱਚ ਹੀ ਤੁਹਾਨੂੰ ਜੋਗਰਾਫੀ ਹੋ ਗਿਆ, ਹਿਸਟਰੀ ਹੋ ਗਿਆ, ਪੋਲ ਸਾਇੰਸ ਹੋ ਗਿਆ, ਇਸ ਬਾਰੇ ਦੱਸਿਆ ਗਿਆ ਹੈ ਜੋ ਸੋਸ਼ਲ ਸਾਇੰਸ ਦੀਆਂ ਅਲੱਗ-ਅਲੱਗ ਅੱਗੋਂ ਇਕਾਈਆਂ ਹਨ ਅਤੇ ਉਹਨਾਂ ਦਾ ਦੂਸਰਿਆਂ ਨਾਲ ਕੀ ਰਿਲੇਸ਼ਨ ਹੈ, ਉਸ ਬਾਰੇ ਦੱਸਿਆ ਗਿਆ ਯੂਨਿਟ 1 ਵਿੱਚ। ਯੂਨਿਟ 2 ਵਿੱਚ ਆਪਾਂ ਗੱਲ ਕਰਦੇ ਹਾਂ ਇੰਪੋਰਟੈਂਟ ਕਨਸੈਪਟਸ ਆਫ ਸੋਸ਼ਲ ਸਾਇੰਸ। ਜੋ ਕਨਸੈਪਟ ਸੋਸ਼ਲ ਸਾਇੰਸ ਦੇ ਇੰਪੋਰਟੈਂਟ ਮਹੱਤਵਪੂਰਨ ਉਹਨਾਂ ਬਾਰੇ ਗੱਲ ਕੀਤੀ ਗਈ ਹੈ। ਸੁਸਾਇਟੀ, ਸਮਾਜ ਬਾਰੇ ਗੱਲ ਕੀਤੀ ਗਈ, ਸੋਸ਼ਲ ਚੇਂਜ, ਸੋਸ਼ਲ ਸਟਰਕਚਰ, ਸੋਸ਼ਲ ਸਟ੍ਰੈਟੀਫਿਕੇਸ਼ਨ, ਸਿਟੀਜ਼ਨ ਬਾਰੇ ਗੱਲ ਕੀਤੀ ਗਈ ਹੈ, ਸਿਟੀਜ਼ਨਸ਼ਿਪ ਬਾਰੇ ਗੱਲ ਕੀਤੀ ਗਈ, ਸਟੇਟ ਬਾਰੇ ਗੱਲ ਕੀਤੀ ਗਈ ਹੈ, ਇਟਸ ਐਟਰੀਬਿਊਟਸ ਬਾਰੇ, ਰਾਜ ਬਾਰੇ ਗੱਲ ਕੀਤੀ ਗਈ ਹੈ, ਡਿਫਰੈਂਸ ਬਿਟਵੀਨ ਸਟੇਜ ਐਂਡ ਸੁਸਾਇਟੀ ਬਾਰੇ ਗੱਲ ਕੀਤੀ ਗਈ, ਸਟੇਜ ਐਂਡ ਗੌਰਮੈਂਟ ਬਾਰੇ, ਰਾਜ ਅਤੇ ਸਰਕਾਰ ਬਾਰੇ ਗੱਲ ਕੀਤੀ ਗਈ ਹੈ, ਸਟੇਜ ਅਤੇ ਨੇਸ਼ਨ, ਰਾਜ ਅਤੇ ਰਾਸ਼ਟਰ ਬਾਰੇ ਗੱਲ ਕੀਤੀ ਗਈ ਹੈ, ਇੰਡੀਅਨ ਨੈਸ਼ਨਲ ਮੂਵਮੈਂਟ, ਨੌਨ ਕਾਰਪੋਰੇਸ਼ਨ ਮੂਵਮੈਂਟ ਜੋ ਆਈ ਸੀ, ਰੋਲਟ ਐਕਟ ਆਇਆ ਸੀ, ਕੁਵਿਟ ਇੰਡੀਆ ਭਾਰਤ ਛੱਡੋ ਅੰਦੋਲਨ ਜੋ ਸੀ, ਗਦਰ ਮੂਵਮੈਂਟ ਜੋ ਸੀ, ਇੰਡੀਅਨ ਸੋਸ਼ਲਿਸਟ ਰਿਪਬਲਿਕ ਆਰਮੀ ਐਂਡ INA, ਇਸ ਬਾਰੇ ਗੱਲ ਕੀਤੀ ਗਈ ਹੈ। ਬਸ ਬੇਸਿਕ ਕਨਸੈਪਟ ਓਨਲੀ ਬਸ। ਸੋਲਰ ਸਿਸਟਮ ਬਾਰੇ ਗੱਲ ਕੀਤੀ ਗਈ ਹੈ, ਜੋ ਸੂਰਜ ਪਰਿਵਾਰ, ਉਸ ਬਾਰੇ ਥੋੜ੍ਹੀ ਗੱਲ ਕੀਤੀ ਗਈ ਹੈ। ਕੰਜੰਪਸ਼ਨ ਆਫ ਅਰਥ ਦੀ ਧਰਤੀ ਦੀ ਬਣਤਰ ਬਾਰੇ ਗੱਲ ਕੀਤੀ ਗਈ ਹੈ। ਯੂਜ਼ ਆਫ ਮੈਪ ਦੀ ਵਰਤੋਂ ਅਤੇ ਗਲੋਬ ਦੀ ਵਰਤੋਂ ਬਾਰੇ ਗੱਲ ਕੀਤੀ ਗਈ ਹੈ। ਲੈਟੀਟਿਊਡ ਐਂਡ ਲੌਂਗੀਟਿਊਡਸ ਜੋ ਦੇਸ਼ਾਂਤਰ ਇਕਾਂਤਰ ਲੈਣਾ ਕਹਿੰਦੇ ਹਨ, ਉਹਨਾਂ ਬਾਰੇ ਗੱਲ ਕੀਤੀ ਗਈ ਹੈ ਜੀ। ਡਿਮਾਂਡ ਐਂਡ ਸਪਲਾਈ, ਮੰਗ ਅਤੇ ਪੂਰਤੀ ਬਾਰੇ ਗੱਲ ਕੀਤੀ ਗਈ। ਇਕਨੋਮਿਕਸ ਦੇ ਵਿੱਚ ਹੁੰਦਾ ਜੀ ਇਹ ਸਾਡੇ। ਪ੍ਰਾਈਸ ਡਿਟਰਮੀਨੇਸ਼ਨ, ਕੀਮਤ ਨਿਰਧਾਰਨ, ਇਹ ਵੀ ਇਕਨੋਮਿਕਸ ਦੀ ਇੱਕ ਧਾਰਨਾ ਹੈ, ਉਸ ਬਾਰੇ ਗੱਲ ਕੀਤੀ ਗਈ ਹੈ। ਕਰੰਟ ਅਫੇਅਰਸ ਜੋ ਚੱਲਦੇ ਹੋਏ ਮਾਮਲੇ ਹਨ, ਮੀਨਿੰਗ, ਉਹਨਾਂ ਬਾਰੇ ਗੱਲ ਕੀਤੀ ਗਈ, ਇੰਪੋਰਟੈਂਸ। ਅਤੇ it suggested that any 3 consecutive chapter each from history, geography, social and political life section of class 6, 7, 8 from the PSB books be used for detail class room work on important concept of social science। ਇਹਨਾਂ ਨੇ ਕਿਹਾ ਸੀ 6ਵੀਂ 7ਵੀਂ ਔਰ 8ਵੀਂ ਕਲਾਸ ਦੇ ਤੁਸੀਂ ਹਿਸਟਰੀ, ਜੋਗਰਾਫੀ ਜਾਂ ਪੋਲ ਸਾਇੰਸ ਦੇ ਵੇਖ ਸਕਦੇ ਹੋ ਜੇ ਤੁਸੀਂ ਜ਼ਿਆਦਾ ਸਮਝਣਾ ਹੈ ਜੀ। ਅਤੇ ਉਹ ਅੱਗੇ ਸ਼ੁਰੂ ਕਰਦੇ ਹਾਂ ਆਪਾਂ। ਯੂਨਿਟ 2 ਤੋਂ ਬਾਅਦ ਯੂਨਿਟ 3 ਦੀ ਗੱਲ ਕਰਦੇ ਹਾਂ। ਯੂਨਿਟ 3 ਵਿੱਚ ਗੱਲ ਕੀਤੀ ਗਈ ਚਿਲਡਰਨ ਅੰਡਰਸਟੈਂਡਿੰਗ ਐਂਡ ਟੀਚਿੰਗ ਲਰਨਿੰਗ ਮੈਟੀਰੀਅਲਸ ਬਾਰੇ ਗੱਲ ਕੀਤੀ ਗਈ ਹੈ। ਕੰਸੈਪਟਸ ਆਫ ਫੋਰਮੇਸ਼ਨ ਅਮੰਗ ਚਿਲਡਰਨ ਇਨ ਮਿਡਲ ਅਪਰ ਪ੍ਰਾਇਮਰੀ ਕਲਾਸਿਸ, ਕੇਸ ਸਟੱਡੀ ਬਾਰੇ ਗੱਲ ਕੀਤੀ ਗਈ ਚਿਲਡਰਨ ਅੰਡਰਸਟੈਂਡਿੰਗ ਦੀ। ਉਹ ਕੰਸੈਪਟਸ, ਟੀਚਿੰਗ ਲਰਨਿੰਗ ਮਟੀਰੀਅਲ ਚਾਰਟਸ ਬਾਰੇ ਗੱਲ ਕੀਤੀ ਗਈ, ਮਾਡਲਸ ਬਾਰੇ ਗੱਲ ਕੀਤੀ, ਗ੍ਰਾਫਿਕਸ ਬਾਰੇ ਗੱਲ ਕੀਤੀ ਹੈ, ਡਾਇਗਰਾਮਸ ਬਾਰੇ ਗੱਲ ਕੀਤੀ ਹੈ, ਓਵਰਹੈਡ ਬਾਰੇ ਗੱਲ ਕੀਤੀ, ਪ੍ਰੋਜੈਕਟਰਸ ਬਾਰੇ ਗੱਲ ਕੀਤੀ ਹੈ, ਸਲਾਈਡ ਪ੍ਰੋਜੈਕਟਰ, PPT ਕੀ ਹੁੰਦਾ ਹੈ, ਟੈਕਸਟ ਬੁੱਕਸ ਬਾਰੇ ਗੱਲ ਕੀਤੀ ਗਈ ਹੈ। ਯੂਨਿਟ 4 ਵਿੱਚ ਹੀ ਅਸੈਸਮੈਂਟ। ਯੂਨਿਟ 4 ਤੁਹਾਡਾ ਹਰੇਕ ਵਿੱਚ ਅਸੈਸਮੈਂਟ ਬਾਰੇ ਹੀ ਗੱਲ ਕਰਦੇ ਜ਼ਿਆਦਾਤਰ ਹੀ ਇਹ। ਅਸੈਸਮੈਂਟ, ਪੈਡਾਗੋਗੀ ਐਂਡ ਅਸੈਸਮੈਂਟ ਹੀ। ਡਿਸਕਸ਼ਨ ਮੈਥਡ ਬਾਰੇ ਗੱਲ ਕੀਤੀ ਗਈ, ਡਿਸਕਸ਼ਨ ਮੈਥਡ ਬਾਰੇ, ਕੰਪੈਰੀਜ਼ਨ ਮੈਥਡ, ਸਟੋਰੀ ਟੈਲਿੰਗ ਮੈਥਡ ਜੋ ਆਪਾਂ ਸਟੋਰੀ ਦੱਸ ਕੇ ਕਿਸੇ ਨੂੰ ਕੁਛ ਯਾਦ ਕਰਾਉਣੇ ਉਸ ਬਾਰੇ ਹੀ। ਰੋਲ ਪਲੇ ਜੋ ਕਰਾਉਣੇ ਆਪਾਂ, ਪ੍ਰੋਬਲਮ ਸੋਲਵਿੰਗ ਐਂਡ ਪ੍ਰੋਜੈਕਟ ਮੈਥਡ ਜੋ ਪ੍ਰੋਜੈਕਟ ਲਾ ਕੇ ਆਪਾਂ ਕੁਛ ਵੀ ਕਈ ਲੈਸਨ ਕਰਾਉਣੇ ਉਸ ਬਾਰੇ ਦੱਸਿਆ ਗਿਆ। ਅਸੈਸਮੈਂਟ ਕਨਸੈਪਟ, ਅਸੈਸਮੈਂਟ ਦੇ ਕਨਸੈਪਟ ਅੰਕਲਨ ਦੇ। ਐਂਡ ਟਾਈਪਸ, ਕੁਆਲਟੀਟਿਵ ਐਂਡ ਕੁਆਂਟੀਟੇਟਿਵ ਟੈਕਨੀਕਸ ਫੋਰ ਅਸੈਸਿੰਗ ਲਰਨਰ ਅਚੀਵਮੈਂਟਸ, ਕੰਟੀਨਿਊਸ
ਐਂਡ ਕੰਪਰੀਹੈਂਸਿਵ ਐਵੈਲੂਏਸ਼ਨ CCE ਬਾਰੇ ਗੱਲ ਕੀਤੀ ਗਈ ਹੈ। ਇਸ ਤੋਂ ਬਾਅਦ ਆਪਾਂ ਜੋ 15 ਲੈਸਨ ਆ ਉਹਨਾਂ ਬਾਰੇ ਗੱਲ ਕਰਦੇ ਹਾਂ ਜੀ। ਯੂਨਿਟ 1 ਵਿੱਚ ਤੁਹਾਡੇ 4 ਲੈਸਨ ਹੈ। 4 ਲੈਸਨ ਧਿਆਨ ਨਾਲ ਦੇਖ ਲਓ ਪਹਿਲਾਂ ਤੁਸੀਂ। ਪਹਿਲਾ ਲੈਸਨ ਹੈ ਸਮਾਜਿਕ ਅਧਿਐਨ, ਵਿਗਿਆਨ ਦਾ ਅਰਥ, ਸਰੂਪ, ਖੇਤਰ ਦੇ ਮਹੱਤਤਾ ਕੀ ਹੈ, ਜਾਣ ਪਛਾਣ ਕਰਾਂਗੇ। ਸਮਾਜਿਕ ਅਧਿਐਨ ਦਾ ਅਰਥ, ਪਰਿਭਾਸ਼ਾਵਾਂ, ਸਮਾਜਿਕ ਅਧਿਐਨ ਦਾ ਸਰੂਪ, ਪ੍ਰਕਿਰਤੀ, ਸਮਾਜਿਕ ਅਧਿਐਨ ਦਾ ਘੇਰਾ ਕੀ ਹੈ, ਸਮਾਜਿਕ ਅਧਿਐਨ ਵਿਗਿਆਨ ਦਾ ਮਹੱਤਵ ਕੀ ਹੈ। ਸਮਾਜਿਕ ਅਧਿਐਨ ਸਮਾਜਿਕ ਵਿਗਿਆਨ ਬਾਰੇ ਗੱਲ ਕਰਾਂਗੇ। ਸਮਾਜਿਕ ਅਧਿਐਨ ਅਤੇ ਸਮਾਜਿਕ ਵਿਗਿਆਨ ਵਿੱਚ ਸਮਾਨਤਾਵਾਂ ਕੀ ਹਨ, ਸਮਾਜਿਕ ਅਧਿਐਨ ਅਤੇ ਸਮਾਜਿਕ ਵਿਗਿਆਨ ਵਿੱਚ ਅੰਤਰ ਕੀ ਹੈ, ਉਸ ਬਾਰੇ ਗੱਲ ਕਰਾਂਗੇ। ਸਮਾਜਿਕ ਅਧਿਐਨ ਦੂਸਰੇ ਵਿਸ਼ੇ ਨਾਲ ਸੰਬੰਧ ਬਾਰੇ ਗੱਲ ਕਰਾਂਗੇ। ਭੂਮਿਕਾ, ਸਮਾਜਿਕ ਅਧਿਐਨ ਵਿਗਿਆਨ ਦਾ ਹੋਰ ਵਿਸ਼ੇ ਨਾਲ ਸਹਿ ਸੰਬੰਧ ਬਾਰੇ ਗੱਲ ਕਰਾਂਗੇ। ਸਮਾਜਿਕ ਅਧਿਐਨ ਅਤੇ ਗਣਿਤ ਬਾਰੇ ਗੱਲ ਕਰਾਂਗੇ। ਸਮਾਜਿਕ ਅਧਿਐਨ ਅਤੇ ਵਿਗਿਆਨ ਬਾਰੇ ਗੱਲ ਕਰਾਂਗੇ। ਸਮਾਜਿਕ ਅਧਿਐਨ ਅਤੇ ਕਲਾਵਾਂ ਬਾਰੇ ਗੱਲ ਕਰਾਂਗੇ। ਸਮਾਜਿਕ ਅਧਿਐਨ ਅਤੇ ਭਾਸ਼ਾਵਾਂ ਬਾਰੇ ਗੱਲ ਕਰਾਂਗੇ। ਭੂਗੋਲ, ਇਤਿਹਾਸ, ਨਾਗਰਿਕ ਸ਼ਾਸਤਰ, ਅਰਥ, ਲੋੜ ਅਤੇ ਮਹੱਤਵ ਕੀ, ਇਸ ਦੇ ਬਾਰੇ ਗੱਲ ਕਰਾਂਗੇ। ਭੂਗੋਲ ਦੀ ਗੱਲ ਕਰਾਂਗੇ ਜੀ। ਭੂਗੋਲ ਦਾ ਅਰਥ ਕੀ ਹੈ, ਪਰਿਭਾਸ਼ਾਵਾਂ ਕੀ ਹਨ, ਭੂਗੋਲ ਦਾ ਵਿਸ਼ਾ ਵਸਤੂ ਜਾਂ ਖੇਤਰ ਕੀ ਹੈ, ਭੂਗੋਲ ਦੇ ਮਹੱਤਵ ਅਤੇ ਉਦੇਸ਼ ਕੀ ਹਨ, ਭੂਗੋਲ ਦੀਆਂ ਪਹੁੰਚਾਂ ਕਿੱਥੋਂ ਤੱਕ ਕਰਨਾ, ਭੂਗੋਲ ਦੀ ਲੋੜ ਅਤੇ ਮਹੱਤਤਾ ਫਿਰ ਆ ਗਈ। ਇਸ ਤੋਂ ਬਾਅਦ ਇਤਿਹਾਸ ਬਾਰੇ ਗੱਲਾਂ ਕਰਾਂਗੇ। ਇਤਿਹਾਸ ਦਾ ਅਰਥ ਕੀ ਹੈ, ਇਤਿਹਾਸ ਦੀ ਲੋੜ ਅਤੇ ਮਹੱਤਤਾ ਕੀ ਹਨ, ਪਰਿਭਾਸ਼ਾਵਾਂ ਕੀ ਹਨ ਜੀ। ਨਾਗਰਿਕ ਸ਼ਾਸਤਰ ਬਾਰੇ ਗੱਲ ਕਰਾਂਗੇ। ਨਾਗਰਿਕ ਸ਼ਾਸਤਰ ਦਾ ਅਰਥ ਕੀ ਹੈ, ਇਸ ਦੇ ਪਰਿਭਾਸ਼ਾਵਾਂ ਕੀ ਹਨ, ਨਾਗਰਿਕ ਸ਼ਾਸਤਰ ਦੀ ਜ਼ਰੂਰਤ ਅਤੇ ਮਹੱਤਵ ਕੀ ਹੈ, ਨਾਗਰਿਕ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਦੀ ਅੰਤਰ ਸੰਬੰਧਤਾ ਕੀ ਹੈ। ਸਮਾਜਿਕ ਅਧਿਐਨ ਦੀ ਪਾਠਕ੍ਰਮ ਰਚਨਾ ਅਤੇ ਫਰੇਮਵਰਕ ਦੇ ਸਿਧਾਂਤ ਬਾਰੇ ਗੱਲ ਕਰਾਂਗੇ। ਭੂਮਿਕਾ ਬਾਰੇ ਗੱਲ ਕਰਾਂਗੇ। ਪਾਠਕ੍ਰਮ ਦਾ ਪੁਰਾਣਾ ਸੰਕਲਪ ਕੀ ਸੀ, ਓਲਡ ਕੰਸੈਪਟ ਆਫ ਕਰਿਕੂਲਮ। ਪਾਠਕ੍ਰਮ ਦਾ ਆਧੁਨਿਕ ਸੰਕਲਪ ਕੀ ਹੈ, ਮਾਡਰਨ ਕੰਸੈਪਟ ਆਫ ਕਰਿਕੂਲਮ ਬਾਰੇ ਗੱਲ ਕਰਾਂਗੇ। ਪਾਠਕ੍ਰਮ ਦਾ ਅਰਥ ਕੀ ਹੈ, ਪਾਠਕ੍ਰਮ ਦੀਆਂ ਪਰਿਭਾਸ਼ਾਵਾਂ ਕੀ ਹਨ, ਪਾਠਕ੍ਰਮ ਰਚਨਾ ਅਤੇ ਫਰੇਮਵਰਕ ਸਿਧਾਂਤ ਬਾਰੇ ਗੱਲ ਕਰਾਂਗੇ। ਯੂਨਿਟ 1 ਵਿੱਚ ਤੁਹਾਡੇ 4 ਲੈਸਨ ਪੂਰੇ ਹੋ ਗਏ ਹਨ, ਬਸ ਇੰਨੇ ਹੀ ਹਨ। ਅਤੇ ਯੂਨਿਟ 2 ਵਿੱਚ ਆਪਣੇ 6 ਲੈਸਨ ਹਨ। ਯੂਨਿਟ 2 ਸਭ ਤੋਂ ਵੱਡੀ ਹੈ, ਜਿਸ ਵਿੱਚ 6 ਲੈਸਨ ਹਨ। ਦੇਖੋ ਤੁਸੀਂ, ਇਸ ਵਿੱਚ 5ਵਾਂ ਲੈਸਨ ਸਮਾਜਿਕ ਪਰਿਵਰਤਨ, ਸਮਾਜਿਕ ਸੰਰਚਨਾ ਅਤੇ ਸਮਾਜਿਕ ਸ਼ਸਤਰੀਕਰਨ। ਸਮਾਜ ਬਾਰੇ ਗੱਲ ਕੀਤੀ ਕਿ ਸਮਾਜ ਦੀਆਂ ਪਰਿਭਾਸ਼ਾਵਾਂ, ਵਿਸ਼ੇਸ਼ਤਾਵਾਂ, ਸਮਾਜ ਦੇ ਕਿਸਮਾਂ। ਸਮਾਜਿਕ ਪਰਿਵਰਤਨ ਦਾ ਅਰਥ ਕੀ, ਪਰਿਭਾਸ਼ਾਵਾਂ ਕੀ ਹਨ। ਸਮਾਜਿਕ ਪਰਿਵਰਤਨ ਦੀਆਂ ਵਿਸ਼ੇਸ਼ਤਾਵਾਂ ਕੀ ਹਨ। ਸਮਾਜਿਕ ਸੰਰਚਨਾ ਕੀ ਹੈ, ਸਮਾਜਿਕ ਸੰਰਚਨਾ ਦਾ ਅਰਥ ਕੀ ਹੈ। ਭਾਰਤੀ ਸਮਾਜ ਦੀ ਸੰਰਚਨਾ ਬਾਰੇ ਗੱਲ ਕੀਤੀ ਗਈ ਹੈ। ਵਾਤਾਵਰਨ, ਭਾਰਤੀ ਸਿੱਖਿਆ ਦਾ ਸਾਡੀ ਸਮਾਜ ਸੰਰਚਨਾ ਉੱਤੇ ਕੀ ਪ੍ਰਭਾਵ ਹੈ। ਸਮਾਜਿਕ ਸਤਰੀਕਰਨ ਬਾਰੇ ਗੱਲ ਕੀਤੀ ਗਈ। ਸਮਾਜਿਕ ਸਤਰੀਕਰਨ ਦਾ ਅਰਥ ਕੀ ਹੈ, ਪਰਿਭਾਸ਼ਾਵਾਂ ਕੀ ਹਨ। ਸਮਾਜਿਕ ਸਤਰੀਕਰਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਕੀ ਹਨ। ਸਮਾਜਿਕ ਸਤਰੀਕਰਨ ਦੀ ਲੋੜ ਕਿਉਂ ਪਈ, ਸਮਾਜਿਕ ਸਤਰੀਕਰਨ ਦੇ ਮੁੱਖ ਸਰੂਪ ਕੀ ਹਨ, ਸਮਾਜਿਕ ਸਤਰੀਕਰਨ ਦੇ ਪ੍ਰਮੁੱਖ ਆਧਾਰ ਕੀ ਹਨ। ਇਸ ਤੋਂ ਬਾਅਦ ਜੋ ਦੂਜਾ ਲੈਸਨ ਹੈ ਇਸ ਯੂਨਿਟ ਦਾ, ਵੈਸੇ 6ਵਾਂ ਲੈਸਨ, ਰਾਜ ਸਟੇਟ ਬਾਰੇ ਗੱਲ ਕੀਤੀ ਹੈ। ਰਾਜ ਦਾ ਅਰਥ ਕੀ ਹੈ, ਰਾਜ ਦੇ ਜ਼ਰੂਰੀ ਤੱਤ ਕੀ ਹਨ, ਰਾਜ ਦੇ ਗੈਰ ਜ਼ਰੂਰੀ ਤੱਤ ਕੀ ਹਨ, ਰਾਜ ਅਤੇ ਸਮਾਜ ਵਿੱਚ ਅੰਤਰ ਕੀ ਹੈ, ਰਾਜ ਅਤੇ ਸਰਕਾਰ ਵਿੱਚ ਕੀ ਅੰਤਰ ਹੈ, ਰਾਜ ਅਤੇ ਰਾਸ਼ਟਰ ਵਿੱਚ ਅੰਤਰ ਕੀ ਹੈ, ਰਾਸ਼ਟਰ ਕੀ ਹੈ, ਰਾਸ਼ਟਰ ਦੇ ਤੱਤ ਕੀ ਹਨ, ਰਾਜ ਅਤੇ ਰਾਸ਼ਟਰ ਵਿੱਚ ਅੰਤਰ ਕੀ ਹੈ। ਇਹ ਥੋੜ੍ਹਾ ਜਿਹਾ ਤੁਹਾਨੂੰ ਦੱਸ ਦੇਵਾਂ ਜੀ। ਸਮਾਜ ਜੋ ਆਪਣੇ ਸਿਰਫ ਔਰ ਸਿਰਫ ਵਿਅਕਤੀਆਂ ਦਾ ਸਮੂਹ ਹੁੰਦਾ ਹੈ ਸਮਾਜ। ਰਾਜ ਜਿਸ ਵਿੱਚ ਇੱਕ ਪੂਰਾ ਵਿਅਕਤੀ ਹੁੰਦਾ ਹੈ, ਜ਼ਮੀਨ ਵੀ ਹੋ ਸਕਦੀ ਹੈ। ਸਰਕਾਰ ਵੀ ਕੁਝ ਵਿਸ਼ੇਸ਼ ਵਿਅਕਤੀਆਂ ਦਾ ਸਮੂਹ ਹੁੰਦਾ ਹੈ, ਜਿਨ੍ਹਾਂ ਨੂੰ ਚੁਣ ਕੇ ਆਪਾਂ ਬਣਾਉਂਦੇ ਹਾਂ, ਸਰਕਾਰ ਬਣਦੀ ਹੈ। ਅਤੇ ਰਾਸ਼ਟਰ ਜਿਸ ਵਿੱਚ ਕਈ ਰਾਜ ਸ਼ਾਮਿਲ ਹੁੰਦੇ ਹਨ, ਜਿਵੇਂ ਆਪਣਾ ਇੰਡੀਆ ਹੈ, ਜਿਸ ਵਿੱਚ ਉਹਨਾਂ 28 ਰਾਜ ਹਨ ਅਤੇ 9 ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਰਾਸ਼ਟਰ ਦੇ ਤੱਤ ਬਾਰੇ ਪੜ੍ਹਾਂਗੇ, ਰਾਸ਼ਟਰ ਅਤੇ ਰਾਜ ਵਿੱਚ ਅੰਤਰ ਪੜ੍ਹਾਂਗੇ। ਫਿਰ ਨਾਗਰਿਕ ਸ਼ਾਸਤਰ, ਨਾਗਰਿਕ ਕੀ ਹਨ, ਨਾਗਰਿਕਤਾ ਕੀ ਹੈ, ਸਿਟੀਜ਼ਨਸ਼ਿਪ ਕੀ ਹੈ। ਜਿਵੇਂ ਆਪਣੇ ਕੋਲ ਇੰਡੀਆ ਦੀ ਸਿਟੀਜ਼ਨਸ਼ਿਪ ਹੈ, ਜੇ ਕੋਈ ਫੋਰਨ ਦਾ ਹੈ ਤਾਂ ਉਹਦੇ ਕੋਲ ਉਸ ਦੇਸ਼ ਦੀ ਹੋਊਗੀ ਸਿਟੀਜ਼ਨਸ਼ਿਪ ਜੀ। ਫਿਰ ਆਪਾਂ ਕਰਾਂਗੇ ਭਾਰਤੀ ਰਾਸ਼ਟਰੀ ਅੰਦੋਲਨ ਦੀਆਂ ਮੁੱਖ ਘਟਨਾਵਾਂ ਕੀ ਹਨ। ਗਦਰ ਪਾਰਟੀ ਅੰਦੋਲਨ, ਰੋਲਟ ਐਕਟ ਜੋ 1919 'ਚ ਹੋਇਆ ਸੀ, ਨਾ ਮਿਲਵਰਤਨ ਅੰਦੋਲਨ, ਕਾਰਨ ਕੀ ਸਨ, ਨਾ ਮਿਲਵਰਤਨ ਅੰਦੋਲਨ ਦਾ ਪ੍ਰਸਤਾਵ, ਨਾ ਮਿਲਵਰਤਨ ਅੰਦੋਲਨ ਦਾ ਪ੍ਰੋਗਰਾਮ ਬਾਰੇ ਪੜ੍ਹਾਂਗੇ। ਨਾ ਮਿਲਵਰਤਨ ਅੰਦੋਲਨ ਦੀ ਪ੍ਰਕਿਰਤੀ ਬਾਰੇ ਪੜ੍ਹਾਂਗੇ ਅਤੇ ਨਾ ਮਿਲਵਰਤਨ ਅੰਦੋਲਨ ਦੀ ਮਹੱਤਤਾ ਅਤੇ ਪ੍ਰਭਾਵ ਬਾਰੇ ਪੜ੍ਹਾਂਗੇ। ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਜਾਂ ਆਰਮੀ ਬਾਰੇ ਪੜ੍ਹਾਂਗੇ। ਭਾਰਤ ਛੱਡੋ ਅੰਦੋਲਨ ਬਾਰੇ ਪੜ੍ਹਾਂਗੇ। ਅੰਦੋਲਨ ਲਈ ਜ਼ਿੰਮੇਵਾਰ ਹਾਲਾਤ ਬਾਰੇ ਪੜ੍ਹਾਂਗੇ। ਭਾਰਤ ਛੱਡੋ ਦਾ ਪ੍ਰਸਤਾਵ ਪੜ੍ਹਾਂਗੇ। ਅੰਦੋਲਨ ਦਾ ਵਿਕਾਸ ਪੜ੍ਹਾਂਗੇ। ਅੰਦੋਲਨ ਦਾ ਅੰਤ ਕਰਾਂਗੇ। ਅੰਦੋਲਨ ਦਾ ਪ੍ਰਭਾਵ ਪੜ੍ਹਾਂਗੇ।
ਆਜ਼ਾਦ ਹਿੰਦ ਫੌਜ ਬਾਰੇ ਪੜ੍ਹਾਂਗੇ। 8 ਨੰਬਰ ਲੈਸਨ 'ਚ ਆਪਾਂ ਪੜ੍ਹਾਂਗੇ ਜੀ ਸੂਰਜ ਪਰਿਵਾਰ, ਧਰਤੀ ਦੀ ਬਣਤਰ, ਨਕਸ਼ਾ ਅਤੇ ਗਲੋਬ, ਆਕਾਂਸ਼ਿਸ਼ ਜੋ ਅਤੇ ਦੇਸ਼ਾਂਤਰ ਲੈਣਾ ਬਾਰੇ। ਸੂਰਜ ਪਰਿਵਾਰ ਬਾਰੇ ਪੜ੍ਹਾਂਗੇ, ਧਰਤੀ ਦੀ ਰਚਨਾ ਬਾਰੇ ਪੜ੍ਹਾਂਗੇ, ਨਕਸ਼ੇ ਅਤੇ ਗਲੋਬ ਬਾਰੇ ਪੜ੍ਹਾਂਗੇ, ਨਕਸ਼ੇ ਬਾਰੇ ਪੜ੍ਹਾਂਗੇ ਜੀ, ਗਲੋਬ ਬਾਰੇ ਪੜ੍ਹਾਂਗੇ, ਆਕਾਂਸ਼ਿਸ਼ ਅਤੇ ਦੇਸ਼ਾਂਤਰ ਜੋ ਲੈਣਾ ਹਨ ਉਹਨਾਂ ਬਾਰੇ ਪੜ੍ਹਾਂਗੇ, ਲੈਟੀਟਿਊਡ ਔਰ ਲੌਂਗੀਟਿਊਡ ਜੋ ਲੈਣਾ ਹਨ। ਮੰਗ ਅਤੇ ਪੂਰਤੀ ਬਾਰੇ ਪੜ੍ਹਾਂਗੇ, ਮੁੱਲ ਨਿਰਧਾਰਨ ਜੋ ਕਿ ਇਕਨੋਮਿਕਸ ਦਾ ਕਨਸੈਪਟ ਹੈ ਜੀ, ਭੂਮਿਕਾ ਬਾਰੇ ਪੜ੍ਹਾਂਗੇ, ਮੰਗ ਬਾਰੇ ਪੜ੍ਹਾਂਗੇ, ਪੂਰਤੀ ਬਾਰੇ ਪੜ੍ਹਾਂਗੇ, ਮੁੱਲ ਕੀਮਤ ਨਿਰਧਾਰਨ ਬਾਰੇ ਪੜ੍ਹਾਂਗੇ, ਪ੍ਰਚਲਿਤ ਮਾਮਲੇ ਬਾਰੇ ਪੜ੍ਹਾਂਗੇ, ਕਰੰਟ ਅਫੇਅਰਸ ਬਾਰੇ ਪੜ੍ਹਾਂਗੇ, ਭੂਮਿਕਾ ਬਾਰੇ ਪੜ੍ਹਾਂਗੇ, ਪ੍ਰਚਲਿਤ ਮਾਮਲਿਆਂ ਘਟਨਾਵਾਂ ਦਾ ਅਰਥ ਪੜ੍ਹਾਂਗੇ, ਪ੍ਰਚਲਿਤ ਮਾਮਲੇ ਘਟਨਾਵਾਂ ਦੀ ਜਾਣਕਾਰੀ ਦੇ ਸੋਮੇ ਬਾਰੇ ਪੜ੍ਹਾਂਗੇ, ਪ੍ਰਚਲਿਤ ਮਾਮਲੇ ਘਟਨਾਵਾਂ ਦੀ ਪ੍ਰਕਿਰਤੀ ਸਰੂਪ ਬਾਰੇ ਪੜ੍ਹਾਂਗੇ, ਪ੍ਰਚਲਿਤ ਮਾਮਲਿਆਂ ਦਾ ਖੇਤਰ ਜਾਂ ਘੇਰੇ ਬਾਰੇ ਪੜ੍ਹਾਂਗੇ, ਪ੍ਰਚਲਿਤ ਮਾਮਲੇ ਘਟਨਾਵਾਂ ਦੇ ਅਧਿਐਨ ਦੀ ਲੋੜ ਅਤੇ ਮਹੱਤਤਾ ਬਾਰੇ ਪੜ੍ਹਾਂਗੇ, ਪ੍ਰਚਲਿਤ ਮਾਮਲਿਆਂ ਨੂੰ ਸਕੂਲ ਦੇ ਪਾਠਕ੍ਰਮ ਵਿੱਚ ਕਿਸ ਤਰ੍ਹਾਂ ਸ਼ਾਮਿਲ ਕੀਤਾ ਜਾਵੇ ਉਸ ਬਾਰੇ ਪੜ੍ਹਾਂਗੇ, ਪ੍ਰਚਲਿਤ ਮਾਮਲੇ ਘਟਨਾਵਾਂ ਦੇ ਅਧਿਐਨ ਦੇ ਢੰਗ ਬਾਰੇ ਪੜ੍ਹਾਂਗੇ, ਅਧਿਆਪਕ ਦੀ ਭੂਮਿਕਾ ਬਾਰੇ ਪੜ੍ਹਾਂਗੇ। 2 ਯੂਨਿਟਾਂ ਵਿੱਚ ਤੁਹਾਡੇ 10 ਲੈਸਨ ਹਨ ਜੀ, ਬਾਕੀ ਤੀਸਰੀ ਯੂਨਿਟ ਵਿੱਚ ਤੁਹਾਡੇ 2 ਲੈਸਨ। ਹਾਂਜੀ, ਤੀਸਰੀ ਯੂਨਿਟ ਵਿੱਚ ਤੁਹਾਡੇ 2 ਲੈਸਨ ਹਨ ਜੀ, 11ਵਾਂ ਅਤੇ 12ਵਾਂ। 11ਵੇਂ ਲੈਸਨ ਵਿੱਚ ਸੰਕਲਪ ਨਿਰਮਾਣ ਅਤੇ ਕੇਸ ਸਟੱਡੀ, ਕੰਸੈਪਟ ਫਾਰਮੇਸ਼ਨ ਐਂਡ ਕੇਸ ਸਟੱਡੀਜ਼ ਜੀ। ਮਿਡਲ ਅਪਰ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਵਿੱਚ ਸੰਕਲਪ ਨਿਰਮਾਣ ਕਿਵੇਂ ਹੁੰਦਾ ਹੈ, ਸੰਕਲਪ ਕੀ ਹੈ, ਸੰਕਲਪ ਦੀਆਂ ਕਿਸਮਾਂ ਕੀ ਹਨ, ਸੰਕਲਪ ਦੀਆਂ ਕਿਸਮਾਂ, ਸੰਕਲਪ ਨਿਰਮਾਣ, ਸੰਕਲਪ ਨਿਰਮਾਣ ਦੀ ਪ੍ਰਕਿਰਿਆ, ਬੱਚਿਆਂ ਅੰਦਰ ਸੰਕਲਪ ਨਿਰਮਾਣ ਦੇ ਢੰਗ, ਮਿਡਲ ਅਪਰ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਵਿੱਚ ਸੰਕਲਪ ਨਿਰਮਾਣ, ਬੱਚਿਆਂ ਅੰਦਰ ਮੌਜੂਦ ਧਾਰਨਾਵਾਂ ਦਾ ਮਿਡਲ ਪੱਧਰ 'ਤੇ ਵਿਕਾਸ। ਸੰਕਲਪ ਸਿੱਖਣ ਦੇ ਢੰਗ, ਮਿਡਲ ਅਪਰ ਪ੍ਰਾਇਮਰੀ ਬੱਚਿਆਂ ਅੰਦਰ ਸੰਕਲਪ ਨਿਰਮਾਣ ਲਈ ਧਿਆਨ ਰੱਖਣਯੋਗ ਗੱਲਾਂ, ਸਮਾਜਿਕ ਅਧਿਐਨ ਦੀ ਜਮਾਤ ਵਿੱਚ ਅਧਿਆਪਕ ਦੁਆਰਾ ਸੰਕਲਪ ਨਿਰਮਾਣ, ਬੱਚਿਆਂ ਦੇ ਸੰਕਲਪ ਦੇ ਸਮਝ ਲਈ ਕੇਸ ਸਟੱਡੀ। ਔਰ 12ਵੇਂ ਲੈਸਨ 'ਚ ਆਪਣਾ ਹੀ ਸਿੱਖਣ ਸਹਾਇਕ ਸਮੱਗਰੀ, ਟੀਚਿੰਗ ਲਰਨਿੰਗ ਮਟੀਰੀਅਲਸ, ਭੂਮਿਕਾ ਕੀ ਹੈ ਇਸ ਦੀ, ਸਿੱਖਣ ਸਿਖਾਉਣ ਸਹਾਇਕ ਸਾਧਨਾਂ ਦੀਆਂ ਪਰਿਭਾਸ਼ਾਵਾਂ, ਅਧਿਆਪਕ ਸਹਾਇਕ ਸਾਧਨਾਂ ਦੀ ਲੋੜ ਅਤੇ ਮਹੱਤਤਾ, ਅਧਿਆਪਨ ਸਹਾਇਕ ਸਾਧਨਾਂ ਦੀ ਕਿਸਮਾਂ, ਚਾਰਟ, ਮਾਡਲ, ਗ੍ਰਾਫ, ਰੇਖਾ ਚਿੱਤਰ, ਓਵਰਹੈੱਡ ਪ੍ਰੋਜੈਕਟਰ, ਸਲਾਈਡ ਪ੍ਰੋਜੈਕਟਰ, ਪਾਵਰ ਪੁਆਇੰਟ ਪ੍ਰੈਜੈਂਟੇਸ਼ਨ, ਪਾਠ ਪੁਸਤਕ, ਇਹ ਸਭ ਬਾਰੇ ਪੜ੍ਹਾਂਗੇ ਜੀ। ਅਤੇ ਉਸ ਤੋਂ ਬਾਅਦ ਜੋ ਲਾਸਟ ਯੂਨਿਟ ਹੈ ਉਸ ਵਿੱਚ ਤੁਹਾਡੇ 3 ਲੈਸਨ ਹਨ। 13ਵਾਂ ਲੈਸਨ ਜੋ ਹੈ ਅਧਿਆਪਨ ਵਿਧੀ ਹੈ, ਚੌਥੇ ਯੂਨਿਟ ਦੇ ਵਿੱਚ 13ਵਾਂ ਲੈਸਨ, 14ਵਾਂ ਲੈਸਨ, 15ਵਾਂ ਲੈਸਨ, 3 ਲੈਸਨ ਹਨ। ਅਧਿਆਪਨ ਵਿਧੀ ਹੈ, ਭੂਮਿਕਾ, ਅਧਿਆਪਨ ਵਿਧੀ, ਵਾਦ ਵਿਵਾਦ ਵਿਧੀ, ਡਿਸਕਸ ਮੈਥਡ ਕਿਹੜਾ ਹੈ, ਤੁਲਨਾਤਮਕ ਵਿਧੀ, ਕੰਪੈਰੇਟਿਵ ਮੈਥਡ, ਕਹਾਣੀ ਸੁਣਾਉਣਾ, ਸਟੋਰੀ ਟੈਲਿੰਗ ਕਰਕੇ ਕੁਛ ਯਾਦ ਕਰਵਾਉਣਾ, ਰੋਲ ਨਿਭਾਉਣਾ, ਰੋਲ ਪਲੇ ਵਾਲਾ, ਸਮੱਸਿਆ ਹੱਲ ਵਿਧੀ, ਸਮੱਸਿਆ ਨੂੰ ਹੱਲ ਕਰਕੇ ਪ੍ਰੋਬਲਮ ਸੋਲਵਿੰਗ ਮੈਥਡ, ਅਤੇ ਪ੍ਰੋਜੈਕਟ ਵਿਧੀ ਜਿਹੜਾ ਆਪਾਂ ਪ੍ਰੋਜੈਕਟ ਨਾਲ ਕਰਦੇ ਹਾਂ ਜੀ, ਪ੍ਰੋਜੈਕਟ ਲੱਗੇ ਹੁੰਦੇ ਆ। ਅੰਕਲਨ ਅਸੈਸਮੈਂਟ, ਇਹ ਤੁਹਾਡਾ ਹਰੇਕ ਜੀ ਲਾਸਟ 'ਤੇ ਆਉਂਦਾ, ਹਰੇਕ ਸਬਜੈਕਟ ਵਿੱਚ ਅੰਕਲਨ ਆਉਂਦਾ ਹੈ। ਅੰਕਲਨ 'ਚ ਵੈਸੇ ਆਪਾਂ ਫਸਟ ਈਅਰ 'ਚ ਵੀ ਪੜ੍ਹ ਚੁੱਕੇ ਹਾਂ ਅੰਕਲਨ ਅਤੇ ਮੁਲਾਂਕਣ ਬਾਰੇ। ਦੇਖੋ ਜੀ, ਅੰਕਲਨ ਦੀ ਧਾਰਨਾ, ਅੰਕਲਨ ਦੀਆਂ ਪਰਿਭਾਸ਼ਾਵਾਂ, ਅੰਕਲਨ ਤ੍ਰਿਭੁਜ, ਅੰਕਲਨ ਬਨਾਮ ਮੁਲਾਂਕਣ ਉਹ ਫਸਟ ਈਅਰ ਵਾਲਾ ਹੀ ਆ ਗਿਆ ਜੀ, ਅਸੈਸਮੈਂਟ ਅਤੇ ਵੈਲਿਊਏਸ਼ਨ ਵਾਲਾ। ਅੰਕਲਨ ਦਾ ਉਦੇਸ਼ ਕੀ ਹੈ, ਅੰਕਲਨ ਦੀਆਂ ਅਵਸਥਾਵਾਂ, ਅੰਕਲਨ ਦੀਆਂ ਕਿਸਮਾਂ, ਅੰਕਲਨ ਦੇ ਸਾਧਨ ਤੇ ਤਕਨੀਕਾਂ, ਨਿਯੰਤਰ ਸਮੁੱਚਾ ਮੁਲਾਂਕਣ, ਕੰਟੀਨਿਊਸ ਕੰਪਰੀਹੈਂਸਿਵ ਇਵੈਲਿਊਏਸ਼ਨ CCE ਜੋ ਹੈ। ਭੂਮਿਕਾ ਇਸ ਦੀ ਮੁਲਾਂਕਣ ਦੀਆਂ ਪਰਿਭਾਸ਼ਾਵਾਂ, ਨਿਯੰਤਰ ਅਤੇ ਸਮੁੱਚਾ ਮੁਲਾਂਕਣ, ਨਿਯੰਤਰ ਸਮੁੱਚਾ ਮੁਲਾਂਕਣ ਦੀ ਲੋੜ, ਨਿਯੰਤਰ ਸਮੁੱਚਾ ਮੁਲਾਂਕਣ ਦੇ ਪਹਿਲੂ ਅਤੇ ਪੱਖ, ਵਿਦਿਅਕ ਪੱਖ, ਸਹਿ ਵਿਦਿਅਕ ਪੱਖ, ਨਿਯੰਤਰ ਸਮੁੱਚਾ ਮੁਲਾਂਕਣ ਦੇ ਲਾਭ ਗੁਣ, ਨਿਯੰਤਰ ਸਮੁੱਚਾ ਮੁਲਾਂਕਣ ਦੀ ਯੁਕਤਾ ਸਾਧਨ, ਨਿਯੰਤਰ ਸਮੁੱਚਾ ਮੁਲਾਂਕਣ ਦੇ ਦੋਸ਼ ਸੀਮਾਵਾਂ। ਹਾਂਜੀ, ਬਸ ਇਹੀ ਤੁਹਾਡੇ 15 ਲੈਸਨ ਦੇ 4 ਯੂਨਿਟਾਂ ਸਨ। ਅਗਲੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਪ੍ਰੀਵੀਅਸ ਈਅਰ ਪੇਪਰ ਬਾਰੇ, ਕਿੰਨੇ ਨੰਬਰ ਦੇ ਤੁਹਾਨੂੰ 70 ਨੰਬਰ ਦਾ ਜੋ ਪੇਪਰ ਹੈ ਉਸ ਵਿੱਚ ਕਿੰਨੇ ਨੰਬਰ ਦੇ ਕਿਹੜੇ ਕੁਐਸਚਨ ਆਉਂਦੇ ਹਨ, ਅਤੇ ਕਿਸ ਤਰ੍ਹਾਂ ਤੁਸੀਂ ਕੁਐਸਚਨ ਅਟੈਂਪਟ ਕਰਨੇ ਹਨ ਕਿ ਤੁਹਾਡੇ 70 ਵਿੱਚੋਂ ਲਗਭਗ 60 ਪਲੱਸ ਨੰਬਰ ਆ ਜਾਣ, 62 63 ਨੰਬਰ ਵੀ ਆ ਸਕਦੇ ਹਨ ਜੀ। ਠੀਕ ਹੈ ਜੀ, ਓਕੇ ਜੀ। ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਕਮੈਂਟ ਕਰ ਦਿਓ। ਥੈਂਕ ਯੂ ਜੀ।